ਇਸ ਲਈ ਅਗਲਾ, ਜੋ ਕਿ ਇੱਕ ਡਿਪੈਂਡੈਂਟ ਪੋਟੈਂਸ਼ੀਅਲ એનર્ਜੀ ਹੈ, ਤੁਹਾਡੇ ਲਈ ਵੀ ਜਾਣੂ ਹੈ। ਇਹ ਤੁਹਾਡੇ ਲਈ ਨਵਾਂ ਨਹੀਂ ਹੈ, ਇਹ ਇੱਕ ਹਾਈਡਰੋਜਨ ਐਟਮ ਹੈ। ਸੋ ਅਸੀਂ ਹਾਈਡਰੋਜਨ ਐਟਮ ਵਿੱਚ ਕੀ ਮੰਨਦੇ ਹਾਂ? ਅਸੀਂ ਪ੍ਰੋਟੋਨ ਨੂੰ ਬਹੁਤ ਭਾਰੀ ਮੰਨਦੇ ਹਾਂ, ਭਾਵੇਂ ਇਹ ਭਾਰੀ ਨਾ ਹੋਵੇ। ਤੁਸੀਂ ਜਾਣਦੇ ਹੋ ਕਿ ਕੀ ਕਰਨਾ ਹੈ। ਤੁਸੀਂ ਇੱਕ ਘਟਾਓ ਪੁੰਜ ਪੇਸ਼ ਕਰੋ। ਪਰ ਆਓ ਇਸ ਨੂੰ ਇਲੈਕਟ੍ਰੋਨ ਦੀ ਤੁਲਨਾ ਵਿੱਚ ਭਾਰੀ ਮੰਨੀਏ ਅਤੇ ਤੁਹਾਡੀ ਸਾਰੀ ਕੈਮਿਸਟਰੀ ਨੂੰ ਸੰਭਾਲਣ ਦਾ ਤਰੀਕਾ ਇਹ ਹੈ ਕਿ ਤੁਸੀਂ ਇਸ ਨੂੰ ਇੱਕ ਐਕਸ ਸ਼ੈਲ, 2 ਐਕਸ ਸ਼ੈਲ, 2 ਪੀ ਸ਼ੈਲ ਕਹਿ ਸਕਦੇ ਹੋ ਅਤੇ ਇਸ ਤਰ੍ਹਾਂ ਦੇ ਹੋਰ। ਅਤੇ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਤੁਸੀਂ ਇੱਥੇ ਸਟੀਕ ਡੀਜੈਨਰੇਸੀ ਇੱਕ ਐਕਸ ਸ਼ੈਲ ਦੇ ਨਾਲ ਪ੍ਰਮੁੱਖ ਕੁਆਂਟਮ ਨੰਬਰ n ਬਰਾਬਰ 1 L ਬਰਾਬਰ 0 ਦੇ ਰੂਪ ਵਿੱਚ ਲਾਈਨਾਂ ਪਾ ਸਕਦੇ ਹੋ। ਪਰ ਤੁਹਾਡੇ ਕੋਲ ਲਾਲ ਲਾਈਨ ਹੋ ਸਕਦੀ ਹੈ ਅਤੇ ਇਹ 1-2 ਸਪਿਨ ਅਵਸਥਾਵਾਂ ਸੰਭਵ ਹਨ, ਇਸ ਲਈ ਇਹ ਦੁੱਗਣਾ ਡੀਜਨਰੇਟ ਹੈ। ਅਤੇ ਹੋਰ ਵੀ 2 ਐਕਸ ਸ਼ੈਲ ਵਿੱਚ ਦੁਬਾਰਾ ਦੋਨੋਂ n ਬਰਾਬਰ 1 L ਬਰਾਬਰ 0 ਹੋਣ ਜਾ ਰਹੇ ਹਨ। ਪਰ ਮੈਂ 4 ਲਾਈਨਾਂ ਕਿਉਂ ਲਗਾਈਆਂ ਹਨ? ਇਸ ਦੀ ਇਜਾਜ਼ਤ ਹੈ? ਨਹੀਂ ਸਹੀ? ਹਾਂ ਜਾਂ ਨਹੀਂ? ਨਹੀਂ। ਇਸ ਲਈ ਇਹ ਸਹੀ ਨਹੀਂ ਹੈ। ਸਭ ਕੁਝ 2s ਦੇ ਰੂਪ ਵਿੱਚ ਲਿਖਿਆ ਗਿਆ ਹੈ। ਮੈਂ ਇੱਕ ਗਲਤੀ ਕੀਤੀ ਹੈ। ਠੀਕ ਹੈ, ਤਾਂ ਤੁਸੀਂ ਸਮਝਦੇ ਹੋ ਕਿ ਤੁਸੀਂ ਆਪਣੇ ਕੈਮਿਸਟਰੀ ਕੋਰਸ ਵਿੱਚ ਅਸਲ ਵਿੱਚ ਕੀ ਕਰਦੇ ਹੋ, ਜੋ 2 ਫੋਲਡ ਡੀ ਹੁੰਦਾ ਹੈ ਅਤੇ 2 ਫੋਲਡ ਡੀਜਨਰੇਟ ਹੁੰਦਾ ਹੈ। 2p 6 ਗੁਣਾ ਡੀਜਨਰੇਟ ਹੋਵੇਗਾ ਅਤੇ ਇਸ ਤਰ੍ਹਾਂ ਹੋਰ। ਅਤੇ ਪੋਟੈਂਸ਼ੀਅਲ એનર્ਜੀ ਇੱਕ ਸੈਂਟਰਲ ਪੋਟੈਂਸ਼ੀਅਲ ਹੈ ਜੋ ਕਿ 1/r ਪੋਟੈਂਸ਼ੀਅਲ ਹੈ। ਜਦੋਂ ਤੁਸੀਂ 1/r ਪੋਟੈਂਸ਼ੀਅਲ ਨੂੰ ਦੇਖਦੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਤੁਸੀਂ ਕਿਹੜਾ ਕੋਆਰਡੀਨੇਟ ਸਿਸਟਮ ਚੁਣਦੇ ਹੋ, ਸਫੈਰਿਕਲ ਪੋਲਰ ਕੋਆਰਡੀਨੇਟ, ਕਿਉਂਕਿ r ਫਿਰ ਤੁਸੀਂ ਆਪਣੀ ਪੋਟੈਂਸ਼ੀਅਲ એનર્ਜੀ ਨੂੰ ਸਿਰਫ r ਕੋਆਰਡੀਨੇਟ ਤੇ ਕੰਮ ਕਰਨ ਲਈ ਵੱਖ ਕਰ ਸਕਦੇ ਹੋ, ਉੱਥੇ ਪੋਟੈਂਸ਼ੀਅਲ એનર્ਜੀ ਨਹੀਂ ਹਨ। ਇਸ ਲਈ ਜਦੋਂ ਤੁਸੀਂ ਹਾਈਡਰੋਜਨ ਐਟਮ ਦੀ ਸਮੱਸਿਆ ਨੂੰ ਹੱਲ ਕਰਨਾ ਚਾਹੁੰਦੇ ਹੋ ਤਾਂ ਕਾਰਟੇਸ਼ੀਅਨ ਕੋਆਰਡੀਨੇਟ ਇੱਕ ਚੰਗਾ ਤਾਲਮੇਲ ਨਹੀਂ ਹੁੰਦਾ ਹੈ। ਅਸੀਂ ਆਪ ਹੀ ਸਫੈਰਿਕਲ ਪੋਲਰ ਕੋਆਰਡੀਨੇਟਸ ਵਿੱਚ ਪਾਉਂਦੇ ਹਾਂ ਅਤੇ ਇਸ ਨੂੰ ਹੱਲ ਕਰਦੇ ਹਾਂ, ਕਿਉਂਕਿ ਪੋਟੈਂਸ਼ੀਅਲ એનર્ਜੀ ਸਿਰਫ ਰੇਡੀਅਲ ਕੋਆਰਡੀਨੇਟ ਤੇ ਨਿਰਭਰ ਹੋ ਜਾਂਦੀ ਹੈ। ਇਸ ਲਈ r ਥੀਟਾ ਫਾਈ ਕੋਆਰਡੀਨੇਟਸ ਤੇ ਕੰਮ ਕਰਨਾ ਬਿਹਤਰ ਹੈ। xy ਤੇ ਕੰਮ ਕਰਨ ਦਾ ਕੋਈ ਪੁਆਇੰਟ ਨਹੀਂ। ਤੁਸੀਂ xyz ਨਾਲ ਕੰਮ ਕਰ ਸਕਦੇ ਹੋ, ਪਰ ਫਿਰ ਇਹ ਹੋਰ ਗੁੰਝਲਦਾਰ ਹੋ ਜਾਂਦਾ ਹੈ। ਇਸ ਲਈ ਸਫੈਰਿਕਲ ਪੋਲਰ ਕੋਆਰਡੀਨੇਟਸ ਦੀ ਚੋਣ ਸੁਵਿਧਾਜਨਕ ਹੈ ਅਤੇ ਤੁਸੀਂ ਚੁਣ ਸਕਦੇ ਹੋ, ਕਿਉਂਕਿ u ਆਫ r ਥੀਟਾ ਫਾਈ ਅਸਲ ਵਿੱਚ u ਆਫ r ਹੈ। ਇੱਥੇ ਕੋਈ ਥੀਟਾ ਫਾਈ ਕੰਪੋਨੈਂਟ ਨਹੀਂ ਹੈ ਅਤੇ ਅਸੀਂ ਉਸ ਵੱਖਰੇ ਵੇਵ ਫੰਕਸ਼ਨ ਨੂੰ ਰੇਡੀਅਲ ਡਿਪੈਂਡੈਂਟ, ਥੀਟਾ ਡਿਪੈਂਡੈਂਟ ਅਤੇ ਫਾਈ ਡਿਪੈਂਡੈਂਟ ਦੇ ਪ੍ਰੋਡਕਟ ਵਜੋਂ ਲਿਖ ਸਕਦੇ ਹਾਂ। ਇਸ ਲਈ ਹਾਈਡਰੋਜਨ ਐਟਮ ਲਈ ਹੈਮਿਲਟੋਨੀਅਨ 3 ਡਾਇਮੈਂਸ਼ਨ ਵਿੱਚ ਤੁਸੀਂ ਡੇਲ ਸਕੁਏਅਰਡ ਨੂੰ ਸੰਖੇਪ ਰੂਪ ਵਿੱਚ ਲਿਖ ਸਕਦੇ ਹੋ। ਮੈਂ ਸਪਸ਼ਟ ਤੌਰ ਤੇ ਇਹ ਨਹੀਂ ਲਿਖ ਰਿਹਾ ਹਾਂ ਕਿ ਇਹ ਲੈਪਲਾਸੀਅਨ ਕੀ ਹੈ, ਪਰ ਤੁਸੀਂ ਜਾਣਦੇ ਹੋ ਕਿ ਕੀ ਕਰਨਾ ਹੈ ਅਤੇ ਇੱਥੇ 1/r ਹੈ। ਇਸ ਲਈ ਸਫੈਰਿਕਲ ਕੋਆਰਡੀਨੇਟਸ ਵਿੱਚ ਸਬਸਟੀਟਿਊਟ r ਥੀਟਾ ਫਾਈ ਅਤੇ ਆਪਣੇ ਲੈਪਲਾਸੀਅਨ ਨੂੰ ਦੁਬਾਰਾ ਲਿਖੋ ਅਤੇ ਫਿਰ ਤੁਸੀਂ ਕੀ ਕਰਦੇ ਹੋ? ਤੁਸੀਂ ਕੋਸ਼ਿਸ਼ ਕਰਦੇ ਹੋ ਅਤੇ 2 ਸਮੀਕਰਨਾਂ ਨੂੰ ਵੱਖ ਕਰਦੇ ਹੋ। ਠੀਕ ਹੈ, ਪਹਿਲਾਂ ਇਹ ਪੂਰਾ ਸੋਲਿਊਸ਼ਨ ਲਿਖੋ ਅਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ r ਡਿਪੈਂਡੈਂਸ ਹੈ ਅਤੇ ਥੀਟਾ ਡਿਪੈਂਡੈਂਸ ਫਾਈ ਡਿਪੈਂਡੈਂਟ ਹੈ। ਇਸ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਅਤੇ ਇਸ ਨੂੰ ਵੱਖ ਕਰਦੇ ਹਾਂ। ਰਵਾਇਤੀ ਤਰੀਕੇ ਨਾਲ ਅਸੀਂ ਪਹਿਲਾਂ ਸਾਈ ਨੂੰ ਥੀਟਾ ਫਾਈ ਦੇ r ਓਮੇਗਾ r ਦੇ ਰੂਪ ਵਿੱਚ ਲਿਖਿਆ ਅਤੇ ਫਿਰ ਅਸੀਂ ਥੀਟਾ ਫਾਈ ਦੇ ਓਮੇਗਾ ਨੂੰ ਥੀਟਾ ਫਾਈ ਵਿੱਚ ਥੀਟਾ ਡਿਪੈਂਡੈਂਟ ਵਜੋਂ ਪਾਉਂਦੇ ਹਾਂ। ਅਸੀਂ ਇਸ ਨੂੰ 2 ਪੜਾਵਾਂ ਵਿੱਚ ਕਰਾਂਗੇ। ਚੀਜ਼ਾਂ ਨੂੰ ਇਤਫਾਕਨ ਬਣਾਉਂਦੇ ਹਾਂ। ਇਹ ਇਕੁਏਸ਼ਨ ਟਾਈਪ ਕਰਦੇ ਹੋਏ ਹੋ ਸਕਦਾ ਹੈ ਕਿ ਮੈਂ ਕੁਝ ਗਲਤੀਆਂ ਕੀਤੀਆਂ ਹੋਣ। ਜੇਕਰ ਕੋਈ ਗਲਤੀ ਹੈ ਤਾਂ ਕਿਰਪਾ ਕਰਕੇ ਮੈਨੂੰ ਦੱਸੋ, ਮੈਨੂੰ ਇਸ ਨੂੰ ਸੰਪਾਦਨ ਕਰਨਾ ਪਵੇਗਾ। ਠੀਕ ਹੈ, ਇਸ ਲਈ ਇਹ ਆਮ ਪਰੰਪਰਾਗਤ ਤਰੀਕਾ ਹੈ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਿਰਫ ਗੱਲ ਇਹ ਹੈ ਕਿ ਅਸੀਂ ਇੱਕ r ਵਰਗ ਨਾਲ ਵੀ ਡਿਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਜੋ ਸਾਨੂੰ ਉਹ ਟਰਮਜ਼ ਮਿਲੀਆਂ ਜੋ r ਡਿਪੈਂਡੈਂਟ ਪੀਸ ਦੇ r ਥੀਟਾ ਫਾਈ ਡਿਪੈਂਡੈਂਟ ਪੀਸ ਓਮੇਗਾ ਹੈ, ਇਹ r ਤੇ ਡਿਪੈਂਡੈਂਟ ਹੈ। ਤੁਸੀਂ ਕਿਵੇਂ ਲਿਖੋਗੇ? ਤੁਸੀਂ ਇਸ ਨੂੰ ਲਿਖੋਗੇ ਪਲੱਸ ਇਸ ਆਖਰੀ ਟਰਮ ਨੂੰ ਕੁਝ e1 ਗੁਣਾ ਸਾਈ ਹੋਣ ਲਈ ਲਿਖਾਂਗਾ ਅਤੇ ਇਹ ਪਲੱਸ e ਮਾਈਨਸ e1 ਕੁਝ ਇਸ ਤਰ੍ਹਾਂ ਦਾ ਚਾਹੀਦਾ ਹੈ। ਠੀਕ ਹੈ, ਅਸੀਂ ਦੁਬਾਰਾ ਲਿਖ ਸਕਦੇ ਹਾਂ ਤਾਂ ਕਿ ਥੀਟਾ ਫਾਈ ਡਿਪੈਂਡੈਂਟ ਟਰਮਜ਼ ਨੂੰ r ਡਿਪੈਂਡੈਂਟ ਟਰਮਜ਼ ਦੇ ਬਰਾਬਰ ਕੀਤਾ ਜਾ ਸਕੇ। ਇੱਥੇ d/dr ਹੈ। ਸ਼ਾਨਦਾਰ, ਹਾਂ। ਇਸ ਲਈ ਇੱਥੇ ਕੋਈ ਸਾਈ ਨਹੀਂ ਹੈ। ਸ਼ਾਇਦ ਮੈਂ ਇੱਥੇ ਧਿਆਨ ਦੇ ਰਿਹਾ ਹਾਂ। ਇਹ ਵੀ d ਗੁਣਾ dr ਹੋਣਾ ਚਾਹੀਦਾ ਹੈ। ਇਸ ਲਈ ਜਿਵੇਂ ਕਿ ਉਸਨੇ ਇਹ ਪੁਆਇੰਟਡ ਕੀਤਾ ਕਿ ਸਾਈ ਇੱਥੇ ਨਹੀਂ ਹੈ।
ਇਸ ਲਈ ਇਹ ਇੱਕ ਕਨਸਟੈਂਟ ਹੈ ਜੋ ਸਪਸ਼ਟ ਤੌਰ ਤੇ ਸਿਰਫ ਥੀਟਾ ਅਤੇ ਫਾਈ ਤੇ ਡਿਪੈਂਡੈਂਟ ਕਰਦਾ ਹੈ। ਇੱਕ ਹੋਰ ਇਕੁਏਸ਼ਨ ਹੈ ਜਿਸ ਨੂੰ ਤੁਸੀਂ ਦੋ ਟੁਕੜਿਆਂ ਵਿੱਚ ਵੰਡਦੇ ਹੋ। ਇੱਕ ਥੀਟਾ ਫਾਈ ਤੇ ਡਿਪੈਂਡੈਂਟ ਕਰਦਾ ਹੈ ਅਤੇ ਦੂਜਾ ਛੋਟੀ r ਤੇ ਡਿਪੈਂਡੈਂਟ ਕਰਦਾ ਹੈ। ਇਸ ਲਈ ਅਗਲਾ ਸਵਾਲ ਹੈ। ਅਗਲੀ ਟੌਪ ਇਕੁਏਸ਼ਨ ਹੈ। ਅਸੀਂ ਇਸ ਨੂੰ ਥੀਟਾ ਅਤੇ ਫਾਈ ਦੇ ਪ੍ਰੋਡਕਟ ਵਿੱਚ ਤੋੜ ਕੇ ਅਤੇ ਇਸ ਦੁਆਰਾ ਡਿਵਾਈਡ ਕਰਕੇ ਇਸ ਨੂੰ ਦੁਬਾਰਾ ਲਿਖਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਹਾਡੇ ਕੋਲ ਇੱਕ ਇਕੁਏਸ਼ਨ ਹੋਵੇ ਜੋ ਇਹ ਜਾਣੂ ਹੈ। ਇੱਥੇ ਸੋਲਿਊਸ਼ਨ ਕੀ ਹੈ? ਸੋਲਿਊਸ਼ਨ ਉਹੀ ਸਮੱਸਿਆਵਾਂ ਦੀ ਤਰ੍ਹਾਂ ਹੈ ਜੋ ਤੁਸੀਂ ਕਰ ਰਹੇ ਹੋਵੋਗੇ। ਐਕਸਪੋਨੈਂਸ਼ੀਅਲ ਅਤੇ ਇਹ ਇੱਕ ਨਾਨ ਟ੍ਰੀਵੀਅਲ ਹੋਵੇਗੀ। ਇਸ ਲਈ ਇਹਨਾਂ ਇਕੁਏਸ਼ਨਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ ਤੁਸੀਂ ਵਾਪਸ ਜਾ ਸਕਦੇ ਹੋ ਅਤੇ ਸਪੈਸ਼ਲ ਫੰਕਸ਼ਨਾਂ ਨੂੰ ਦੇਖ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਸੋਲਿਊਸ਼ਨ ਕੀ ਹਨ। ਇਸ ਲਈ ਅਸਲ ਫਿਜ਼ਿਕਸ ਨਾਲ ਕੰਟੈਕਟ ਕਰਨ ਲਈ, ਜਿਸ ਵਿੱਚ ਇਹ ਮੈਗਨੈਟਿਕ ਕੁਆਂਟਮ ਨੰਬਰ ਹੈ, ਅਸੀਂ ਅਲਫਾ ਨੂੰ ਮੇਰਾ m ਸਕੁਅਰ ਮੰਨਦੇ ਹਾਂ ਅਤੇ ਫਿਰ ਅਸੀਂ ਇਸ ਸੋਲਿਊਸ਼ਨ ਨੂੰ ਹੱਲ ਕਰ ਸਕਦੇ ਹਾਂ। ਇਹ ਹੋਵੇਗਾ a ਪਾਰ i m phi। ਨਾਲੋਂ ਨਾਲ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ phi ਇੱਕ ਐਂਗੂਲਰ ਕੋਆਰਡੀਨੇਟ ਹੈ। phi 0 ਤੋਂ 2 ਪਾਈ ਤੱਕ ਜਾਂਦਾ ਹੈ। ਜੇ ਮੰਨ ਲਓ ਕਿ ਮੈਂ ਪਾਈ ਨੂੰ 4 ਪਾਈ ਰੱਖਦਾ ਹਾਂ ਤਾਂ ਇਹ 0 ਕੋਆਰਡੀਨੇਟ ਜਾਂ 2 ਪਾਈ ਕੋਆਰਡੀਨੇਟ ਦੇ ਸਮਾਨ ਹੋਣਾ ਚਾਹੀਦਾ ਹੈ। ਇਹ ਮੇਰੇ ਲਈ ਇੱਕ ਤਰ੍ਹਾਂ ਦਾ ਫਿਕਸ ਹੈ ਕਿ ਇਹ m ਫ੍ਰੈਕਸ਼ਨ ਨਹੀਂ ਹੋ ਸਕਦਾ। m ਨੂੰ ਪੂਰਨ ਅੰਕਾਂ ਵੇਵ ਫੰਕਸ਼ਨ ਦੀ ਸਿੰਗਲ ਵੈਲਿਊਡਨੈਸ ਰੀਅਲ ਲਾਈਨ ਵਿੱਚ ਫਰੀ ਪਾਰਟੀਕਲ ਦੇ ਉਲਟ ਐਂਗਲ ਕੋਆਰਡੀਨੇਟਸ ਵਿੱਚ ਹੋਣਾ ਚਾਹੀਦਾ ਹੈ, ਜੋ ਕਿ i ਕੇ x ਲਈ ਸੀ। ਇਹ ਕੀ ਕੁਝ ਵੀ ਹੋ ਸਕਦਾ ਹੈ। ਇੱਥੇ ਜੇ ਤੁਸੀਂ ਇਸ ਨੂੰ ਇੱਕ ਚੱਕਰ ਜਾਂ ਇੱਕ ਐਂਗੂਲਰ ਕੋਆਰਡੀਨੇਟ ਵਿੱਚ ਪਾਉਂਦੇ ਹੋ, 0 to m ਟਾਈਮਜ਼ phi ਦੀ ਆਈਡੈਂਟੀਫਿਕੇਸ਼ਨ ਦੇ ਨਾਲ ਤੁਹਾਨੂੰ m ਨੂੰ ਸਿਰਫ ਪੂਰਨ ਅੰਕ ਹੋਣ ਲਈ ਚੁਣਨ ਲਈ ਮਜਬੂਰ ਕੀਤਾ ਜਾਵੇਗਾ। ਇਸ ਲਈ ਮੈਗਨੈਟਿਕ ਕੁਆਂਟਮ ਸੰਖਿਆਵਾਂ ਵੀ ਪੂਰਨ ਅੰਕ ਹਨ, ਜੋ ਕਿ ਇਕਸਾਰ ਹੈ। ਇਸ ਲਈ ਮੈਂ ਇਹ ਕਹਿ ਰਿਹਾ ਹਾਂ ਕਿ ਸਿੰਗਲ ਵੈਲਿਊਡ ਵੇਵ ਫੰਕਸ਼ਨ ਜੋ ਕਿ phi ਡਿਪੈਂਡੈਂਟ ਪੀਸ ਨੂੰ ਸੈਟੀਸਫਾਈ ਕਰਨਾ ਹੁੰਦਾ ਹੈ, ਜਿਸ ਦਾ ਅਰਥ ਹੈ ਕਿ m ਇੱਕ ਇੰਟੀਜਰ ਹੈ। ਅਤੇ ਫਿਰ ਅਸੀਂ ਥੀਟਾ ਡਿਪੈਂਡੈਂਟ ਇਕੁਏਸ਼ਨ ਤੇ ਪਹੁੰਚ ਜਾਂਦੇ ਹਾਂ, ਜੋ ਕਨਸਟੈਂਟ ਅਲਫਾ ਦੀ ਥਾਂ ਤੇ ਹੋਵੇਗਾ। ਅਤੇ ਇਹ ਹੈ ਹੱਲ ਕਰਨ ਲਈ ਇਕੁਏਸ਼ਨ ਹੈ। ਇਸ ਲਈ ਤੁਸੀਂ ਦੇਖ ਸਕਦੇ ਹੋ ਕਿ ਥੀਟਾ, ਕੈਪੀਟਲ ਥੀਟਾ, ਕੀ ਵੇਵ ਫੰਕਸ਼ਨ m ਲਈ ਵੈਲਿਊ ਤੇ ਡਿਪੈਂਡੈਂਟ ਕਰੇਗਾ। ਇਸ ਇਕੁਏਸ਼ਨ ਵਿੱਚ ਇਹ m ਹੈ। ਇਸ ਲਈ ਸਿਰਫ ਸਹੂਲਤ ਲਈ ਵੇਰੀਏਬਲ ਨੂੰ ਬਦਲੋ ਅਤੇ ਫਿਰ ਇਕੁਏਸ਼ਨ ਲਈ ਕੁਝ ਵੀ ਨਹੀਂ ਹੈ ਪਰ ਸਾਡੇ ਪਹਿਲਾਂ ਤੋਂ ਕੀਤੇ ਲੀਜੈਂਡਰ ਨਾਲ ਸੰਬੰਧਿਤ ਲੀਜੈਂਡਰ ਹੈ। ਇਹ ਐਸੋਸੀਏਟਡ ਲੀਜੈਂਡਰ ਪੋਲੀਨੋਮੀਅਲ ਲਈ ਡਿਫਰੈਂਸ਼ੀਅਲ ਇਕੁਏਸ਼ਨ ਹੈ ਤਾਂ ਸੋਲਿਊਸ਼ਨ ਕੀ ਹਨ? ਤੁਸੀਂ ਕੰਪੈਕਟਲੀ ਹੱਲ ਲਿਖ ਸਕਦੇ ਹੋ। ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਹਰਮਾਈਟ ਪੋਲੀਨੋਮੀਅਲ ਲਈ ਕਈ ਵਾਰ ਇੱਕ ਕੰਪੈਕਟ ਰੋਡਰਿਗਜ਼ ਫਾਰਮੂਲਾ ਲਿਖਿਆ ਸੀ। ਤੁਸੀਂ ਇਸ ਨੂੰ ਇੱਕ ਖਾਸ L ਲਈ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹੋ। L ਅਜ਼ੀਮੁਥਲ ਕੁਆਂਟਮ ਨੰਬਰ ਹੈ। m ਤੁਹਾਡੀ ਮੈਗਨੈਟਿਕ ਕੁਆਂਟਮ ਨੰਬਰ ਹੈ। ਕਿਉਂਕਿ ਤੁਹਾਨੂੰ ਕੈਮਿਸਟਰੀ ਆਉਂਦੀ ਹੈ, ਤੁਸੀਂ ਉਸੇ ਤਰੀਕੇ ਨਾਲ ਅਰਥ ਦੇਣ ਦੀ ਕੋਸ਼ਿਸ਼ ਕਰ ਸਕਦੇ ਹੋ ਤਾਂ ਜੋ ਅਸੀਂ ਉਹਨਾਂ ਨੂੰ ਯਾਦ ਰੱਖੀਏ। ਅਤੇ L ਬਰਾਬਰ 1 L ਬਰਾਬਰ 2 ਲਈ ਸਹੀ ਰਹੇ ਅਤੇ ਉਸ ਦੇ ਆਲੇ ਦੁਆਲੇ ਘੁੰਮਦੇ ਰਹੇ, ਇਹ ਮਹਿਸੂਸ ਕਰਨ ਲਈ ਕਿ ਐਸੋਸੀਏਟਿਡ ਲੈਜੈਂਡਰ ਪੋਲੀਨੋਮੀਅਲਸ ਕਿਵੇਂ ਹਨ। ਠੀਕ ਹੈ, ਤਾਂ ਮੈਂ ਇਹ ਨਹੀਂ ਦੱਸਿਆ ਕਿ ਇਸ ਸੋਲਿਊਸ਼ਨ ਲਈ ਇਹ ਸੀ ਕੀ ਹੈ। ਇਸ ਸੀ ਨੂੰ -c ਨੂੰ L ਵਿੱਚ L+1 ਵਿੱਚ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਨਾਨ ਨੈਗੇਟਿਵ ਇੰਟੀਜਰਸ ਹੋਣਾ ਚਾਹੀਦਾ ਹੈ, ਜੋ ਕਿ ਮਹੱਤਵਪੂਰਨ ਵੀ ਹੈ। ਸਪੈਸ਼ਲ ਫੰਕਸ਼ਨ ਲਈ ਡਿਫਰੈਂਸ਼ੀਅਲ ਇਕੁਏਸ਼ਨਾਂ ਨਾਲ ਕੰਟੈਕਟ ਕਰ ਸਕਦੇ ਹੋ। ਤੁਸੀਂ c ਨੂੰ ਇਹ ਪੈਰੇਲਲਿਜ਼ਮ ਨੋਨ ਨੈਗੇਟਿਵ ਇੰਟੀਜਰ ਬਣਨ ਲਈ ਕੰਪੇਅਰ ਕਰ ਸਕਦੇ ਹੋ ਅਤੇ ਤੁਹਾਡਾ ਮੈਗਨੈਟਿਕ ਕੁਆਂਟਮ ਨੰਬਰ ਜੋ ਤੁਹਾਡੇ ਐਸੋਸੀਏਟਿਡ ਲੈਜੈਂਡਰ ਫੰਕਸ਼ਨਾਂ ਵਿੱਚ ਮੌਜੂਦ ਹੈ, ਲੈਜੈਂਡਰ ਪੋਲੀਨੋਮੀਅਲਸ ਨੂੰ ਪ੍ਰਤੀਬੰਧਿਤ ਹੋਣਾ ਚਾਹੀਦਾ ਹੈ। ਇਹ ਆਰਬਿਟਰੇਰੀ ਨਹੀਂ ਹੋ ਸਕਦਾ। ਇਹ -n ਤੋਂ +1 ਤੱਕ ਜਾਂਦਾ ਹੈ। ਇਹ ਸਭ ਕੁਝ ਗਣਿਤ ਵਿੱਚ ਸਪੈਸ਼ਲ ਫੰਕਸ਼ਨਾਂ ਲਈ ਡਿਫਰੈਂਸ਼ੀਅਲ ਇਕੁਏਸ਼ਨਾਂ ਨਾਲ ਮੇਲ ਖਾਂਦੀਆਂ ਸਿਰਫ ਡਿਫਰੈਂਸ਼ੀਅਲ ਇਕੁਏਸ਼ਨਾਂ ਨੂੰ ਵੇਖਣਾ ਹੈ, ਜੋ ਇੱਥੇ ਕਿਸੇ ਹੋਰ ਢੰਗ ਨਾਲ ਕੁਝ ਨਹੀਂ ਕਰ ਰਿਹਾ ਹੈ।
ਪਰ ਅਸੀਂ ਇਸ ਨੂੰ ਸਿੱਧੇ ਫਾਰਮੈਟਾਂ ਤੋਂ ਕਰਨ ਦੀ ਬਜਾਏ ਅਸੀਂ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਪ੍ਰਾਪਤ ਕਰਾਂਗੇ। ਠੀਕ ਹੈ, ਤਾਂ ਵੇਵ ਫੰਕਸ਼ਨ ਦਾ ਫਾਈਨਲ ਥੀਟਾ ਫਾਈ ਡਿਪੈਂਡੈਂਟ ਹਿੱਸਾ ਪਹਿਲਾਂ ਹੀ ਦੇਖਿਆ ਜਾ ਚੁੱਕਾ ਹੈ। ਇਹ ਫਾਈ ਡਿਪੈਂਡੈਂਟ ਪੀਸ ਲਈ E2im ਫਾਈ ਹੈ। ਹੁਣ ਅਸੀਂ ਇਹ ਵੀ ਦਲੀਲ ਦਿੱਤੀ ਹੈ ਕਿ ਥੀਟਾ ਫਾਈ ਡਿਪੈਂਡੈਂਟ ਪੀਸ, ਜਿਸ ਨੂੰ ਤੁਸੀਂ ਥੀਟਾ cos ਥੀਟਾ x ਨੂੰ ਇੱਕ ਐਸੋਸੀਏਟਡ ਲੈਜੈਂਡਰ ਪੋਲੀਨੋਮੀਅਲ ਵਜੋਂ ਲਿਖ ਸਕਦੇ ਹੋ। ਇਹ ਪ੍ਰੋਡਕਟ PLM E ਤੋਂ im ਫਾਈ ਦਾ ਪ੍ਰੋਡਕਟ ਹੈ, ਕਿਉਂਕਿ ਇਹਨਾਂ ਨੂੰ ਹਮੇਸ਼ਾ ਗੋਲਾਕਾਰ ਹਾਰਮੋਨਿਕਸ ਲਿਖਿਆ ਗਿਆ ਹੈ ਅਤੇ ਇਸ ਨੂੰ ਇਹ ਕੈਪੀਟਲ Y LM ਥੀਟਾ ਫਾਈ ਨਾਲ ਦਰਸਾਇਆ ਜਾਂਦਾ ਹੈ। ਇਸ ਲਈ ਸਫੈਰਿਕਲ ਹਾਰਮੋਨਿਕਸ ਨਾਲ ਖੇਡਣ ਦੇ ਇਹਨਾਂ ਮੁੱਦਿਆਂ ਤੇ ਆਵੇਗਾ, ਪਰ ਇਹ ਉਹ ਕਨੈਕਸ਼ਨ ਹੈ ਜੋ ਐਸੋਸੀਏਟਿਡ ਲੀਜੈਂਡਰ ਪੋਲੀਨੋਮੀਅਲ ਨੂੰ E ਨਾਲ im ਫਾਈ ਨਾਲ ਮਲਟੀਪਲਾਈ ਕਰਕੇ ਇੱਕ ਸਫੈਰਿਕਲ ਹਾਰਮੋਨਿਕਸ ਨੋਰਮਲਾਈਜੇਸ਼ਨ ਕਿਹਾ ਜਾਂਦਾ ਹੈ। ਇੱਕ ਚੀਜ਼ ਹੈ ਜਿਸ ਉੱਤੇ ਤੁਸੀਂ ਕੰਮ ਕਰਨਾ ਹੈ, ਘੱਟੋ ਘੱਟ ਸਪੈਸੀਫਿਕ L ਅਤੇ ਸਪੈਸੀਫਿਕ M ਲਈ, ਪਰ ਇਸ ਨੂੰ ਇੱਕ ਜਨਰਲ L ਅਤੇ M ਲਈ ਨਿਰਧਾਰਤ ਕੀਤਾ ਜਾ ਸਕਦਾ ਹੈ ਕਿ ਤੁਸੀਂ ਇੱਥੇ ਇਕੱਲੇ ਥੀਟਾ ਦੇ ਇੰਟੀਗਰਲ ਦੀ ਨੋਰਮਲਾਈਜੇਸ਼ਨ ਕਿਵੇਂ ਕਰਦੇ ਹੋ। ਜਾਂ ਤਾਂ ਤੁਹਾਨੂੰ d cos ਥੀਟਾ ਅਤੇ d ਫਾਈ ਲਗਾਉਣਾ ਪਵੇਗਾ, ਤੁਹਾਨੂੰ cos ਥੀਟਾ ਨੂੰ ਇੰਟੀਗਰੇਟ ਕਰਨਾ ਪਵੇਗਾ। ਥੀਟਾ 0 ਤੋਂ ਪਾਈ ਤੱਕ ਜਾਂਦਾ ਹੈ ਅਤੇ ਫਾਈ 0 ਤੋਂ 2 ਪਾਈ ਤੱਕ ਜਾਂਦਾ ਹੈ, ਅਤੇ ਫਿਰ ਤੁਹਾਨੂੰ ਨੋਰਮਲਾਈਜੇਸ਼ਨ ਨੂੰ ਠੀਕ ਕਰਨਾ ਪਏਗਾ। ਕੀ ਬਚਦਾ ਹੈ? ਰੇਡੀਅਲ ਪਾਰਟ ਨੇ ਐਂਗੂਲਰ ਪਾਰਟ ਕਰ ਦਿੱਤਾ ਹੈ। ਸਾਨੂੰ ਰੇਡੀਅਲ ਪਾਰਟ ਕਰਨ ਦੀ ਲੋੜ ਹੈ। ਇਸ ਲਈ ਅਸੀਂ ਉਸ ਕੈਪੀਟਲ C ਨੂੰ ਬਦਲਦੇ ਹਾਂ ਜੋ ਤੁਹਾਡੇ ਓਮੇਗਾ ਥੀਟਾ ਫਾਈ ਨਾਲ ਸੰਬੰਧਿਤ ਹੈ। ਠੀਕ ਹੈ, ਇੱਥੇ ਨਾਲ ਪਲੱਗ ਇਨ ਕਰੋ ਅਤੇ ਇਹ ਉਹ ਹੈ ਜੋ ਤੁਸੀਂ ਇਕੁਏਸ਼ਨ ਦੇ ਰੇਡੀਅਲ ਹਿੱਸੇ ਲਈ ਪ੍ਰਾਪਤ ਕਰਦੇ ਹੋ, ਜੋ ਮੈਂ ਪਹਿਲਾਂ ਹੀ ਇੱਥੇ ਐਂਟੀਸਿਪੇਸ਼ਨ ਵਿੱਚ ਛੋਟੇ n ਦੇ ਰੂਪ ਵਿੱਚ ਸ਼ਾਮਲ ਕੀਤਾ ਹੈ। ਇਹ ਐਂਟੀਸਿਪੇਸ਼ਨ ਕੀ ਹੈ? ਇਹ L ਉੱਤੇ ਡਿਪੈਂਡੈਂਟ ਹੈ। ਇਹ ਡਿਫਰੈਂਸ਼ੀਅਲ ਇਕੁਏਸ਼ਨ ਬਿਲਕੁਲ ਤੁਹਾਡੇ ਵਰਗੀ ਹੈ। ਕਿਹੜੇ ਸਪੈਸ਼ਲ ਫੰਕਸ਼ਨ ਨਾਲ ਐਸੋਸੀਏਟਿਡ ਲੈਗੁਏਰ? ਜੇ ਤੁਸੀਂ ਦੇਖੋ ਅਤੇ ਐਸੋਸੀਏਟਿਡ ਲੈਗੁਏਰ ਲਈ ਸਪੈਸ਼ਲ ਫੰਕਸ਼ਨ ਪੋਲੀਨੋਮੀਅਲ ਦੀ ਜਾਂਚ ਕਰਦੇ ਹੋ, ਤਾਂ ਇਹ ਡਿਫਰੈਂਸ਼ੀਅਲ ਇਕੁਏਸ਼ਨ ਲੈਗੁਏਰ ਪੋਲੀਨੋਮੀਅਲ ਨਾਲ ਸੈਟੀਸਫਾਈਡ ਹੈ। ਅਸੀਂ ਇਸ ਨੂੰ ਪ੍ਰਾਪਤ ਨਹੀਂ ਕਰ ਰਹੇ, ਅਸੀਂ ਸਿਰਫ ਮੇਲ ਕਰ ਰਹੇ ਹਾਂ ਕਿ ਡਿਫਰੈਂਸ਼ੀਅਲ ਇਕੁਏਸ਼ਨ ਸੰਦਰਭ ਵਿੱਚ ਸਾਨੂੰ ਜੋ ਇਸ ਵੇਲੇ ਪਤਾ ਹੈ। ਤਾਂ ਸੋਲਿਊਸ਼ਨ ਕੀ ਹੈ? ਸੋਲਿਊਸ਼ਨ ਕਿਤਾਬ ਵਿੱਚ ਦਿੱਤਾ ਹੈ। ਜੇ ਤੁਹਾਨੂੰ ਯਾਦ ਹੋਵੇ, ਮੈਂ ਤੁਹਾਨੂੰ ਇਹ ਗ੍ਰਾਮ ਸਮੇਤ ਆਰਥੋਗੋਨਾਲਾਈਜੇਸ਼ਨ ਫੰਕਸ਼ਨ ਸਪੈਸ਼ਲੀ ਦੇਣ ਦੀ ਕੋਸ਼ਿਸ਼ ਕੀਤੀ ਸੀ, ਅਤੇ ਮੈਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਤੁਹਾਨੂੰ ਇੱਕ ਵੇਟੇਜ ਫੈਕਟਰ ਪਾਉਣਾ ਚਾਹੀਦਾ ਹੈ ਤਾਂ ਜੋ ਇਹ ਅਤੇ ਇਹ ਹਾਈਡਰੋਜਨ ਐਟਮ ਰੇਡੀਅਲ ਕੋਆਰਡੀਨੇਟ 0 ਤੋਂ ਇਨਫਿਨਿਟੀ ਸਕੁਏਅਰ ਇੰਟੀਗਰੇਬਲ ਤੱਕ ਚਲਾ ਜਾਵੇ। ਤਾਂ ਤੁਹਾਡੇ ਕੋਲ e ਪਾਵਰ -12 r ਜਾਂ r ਦਾ ਇਹ ਫੰਕਸ਼ਨ, ਇਸ ਨੂੰ OR ਕਹਿ ਲਓ, ਅਤੇ ਐਸੋਸੀਏਟਿਡ ਲੈਗੁਏਰ ਪੋਲੀਨੋਮੀਅਲ। ਅਤੇ ਇੱਥੇ ਇੱਕ ਕੰਡੀਸ਼ਨ ਹੈ ਕਿ n ਅਤੇ del ਆਰਬਿਟਰੀ ਨਹੀਂ ਹਨ। ਤੁਹਾਡਾ L ਹਮੇਸ਼ਾ n ਤੋਂ ਘੱਟ ਜਾਂ ਉਸ ਦੇ ਬਰਾਬਰ ਹੋਣਾ ਚਾਹੀਦਾ ਹੈ। ਘੱਟ ਜਾਂ ਹਮੇਸ਼ਾ ਬਰਾਬਰ n ਤੋਂ ਘੱਟ L ਤੋਂ ਜ਼ਿਆਦਾ ਹੋਣਾ ਚਾਹੀਦਾ ਹੈ। ਠੀਕ ਹੈ, ਤਾਂ ਇਹ ਰੋ r ਜੋ ਲਿਖਿਆ ਹੈ ਸਿਰਫ ਇੱਕ ਫੰਕਸ਼ਨ ਹੈ। ਇਸ ਦੇ ਪ੍ਰੋਪੋਰਸ਼ਨਲ ਨੂੰ r ਨਾਲ ਮਲਟੀਪਲਾਈ ਕੀਤਾ ਗਿਆ ਹੈ, ਪਰ ਇੱਕ ਬੋਹਰ ਰੇਡੀਅਸ ਇੱਕ ਨਾਟ ਜੁੜੀ ਹੋਈ ਹੈ। ਠੀਕ ਹੈ, ਤਾਂ ਇਹ ਸਭ ਹੈ ਜੋ ਉੱਥੇ ਜੋ ਵੀ ਹੈ, ਅਤੇ ਅਸੀਂ ਕਨਵੈਨਸ਼ਨ ਨਾਲ ਜਾਣਦੇ ਹਾਂ ਨਾਲ ਮੇਲ ਖਾਂਦਾ ਹੈ। ਬੋਹਰ ਦਾ ਰੇਡੀਅਸ ਕੀ ਹੈ? ਅਸੀਂ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਸੋਲਿਊਸ਼ਨ ਬਹੁਤ ਕੰਪੈਕਟ ਹੈ, ਇਹ ਬਹੁਤ ਮਾਮੂਲੀ ਚੀਜ਼ਾਂ ਹਨ, ਪਰ ਇੱਕ ਸੋਲਿਊਸ਼ਨ ਲੱਭਣ ਲਈ ਇੱਥੇ ਕੁਝ ਡਿਫਰੈਂਸ਼ੀਅਲ ਇਕੁਏਸ਼ਨ ਦਿੱਤੀਆਂ ਹਨ। ਜੇ ਇਹ ਗਣਿਤ ਦੇ ਲਿਟਰੇਚਰ ਨਾਲ ਜਾਣਿਆ ਪਛਾਣਿਆ ਹੋਇਆ, ਤਾਂ ਅਸੀਂ ਹੱਲ ਕੱਢ ਲਵਾਂਗੇ ਅਤੇ ਉਹਨਾਂ ਸਾਰੇ ਵੇਰੀਏਬਲਜ਼ ਨੂੰ ਦੁਬਾਰਾ ਲਿਖ ਲਵਾਂਗੇ। ਇਹਨਾਂ ਦੀ ਹੀ ਊਰਜਾ ਹੋ ਸਕਦੀ ਹੈ ਜਾਂ ਕੋਈ ਕਾਂਸਟੈਂਟ ਹੋ ਸਕਦੀ ਹੈ, ਪਰ ਹੁਣ ਅਸੀਂ ਇਹ ਲਿਖਣ ਦੀ ਕੋਸ਼ਿਸ਼ ਕਰ ਸਕਦੇ ਹਾਂ ਕਿ ਊਰਜਾ ਇਸ ਦੀ ਟਰਮਜ਼ ਵਿੱਚ ਹੈ।
En ਨੈਗੇਟਿਵ ਸਾਈਨ ਵਿੱਚ 1 ਓਵਰ n ਸਕੁਏਅਰ ਦੇ ਪ੍ਰੋਪੋਰਸ਼ਨਲ ਹੈ। ਇੱਕ ਨੈਗੇਟਿਵ ਸਾਈਨ ਬਾਉਂਸ ਸਟੇਟ ਪੋਜ਼ਿਟਿਵ ਸੋਲਿਊਸ਼ਨ ਦੀ ਆ ਗਿਆ ਹੈ ਜਾਂ ਬਾਉਂਸ ਲਈ ਕੋਈ ਪੋਜ਼ਿਟਿਵ એનર્ਜੀ ਨਹੀਂ ਹੈ, ਪਰ ਤੁਹਾਡੇ ਕੋਲ ਸਕੇਟ ਸਟੇਟ ਹੋ ਸਕਦੀ ਹੈ। ਤੁਸੀਂ ਇੱਕ ਖਾਸ n ਅਤੇ ਇੱਕ ਖਾਸ l ਲਈ ਬੈਠ ਕੇ ਖੇਡ ਸਕਦੇ ਹੋ ਅਤੇ ਵੇਖੋ ਕਿ ਕੀ ਤੁਹਾਨੂੰ ਇੱਥੇ ਨਾਰਮਲਾਈਜੇਸ਼ਨ ਮਿਲਦਾ ਹੈ। ਨਾਰਮਲਾਈਜੇਸ਼ਨ dr r ਸਕੁਏਅਰਡ ਦੇ ਉੱਪਰ ਇੰਟੀਗਰਲ ਹੋਵੇਗਾ ਉੱਥੇ ਵੀ ਹੋਣਾ ਚਾਹੀਦਾ ਹੈ। ਸਪਸ਼ਟ ਤੌਰ ਤੇ 3 ਡਾਇਮੈਂਸ਼ਨਾਂ ਵਿੱਚ 3 ਡਾਇਮੈਂਸ਼ਨ ਵਿੱਚ ਨਾਰਮਲਾਈਜੇਸ਼ਨ ਇਸ ਦਾ ਇੰਟੀਗਰਲ dv psi star xyz psi xyz ਇਹ ਕਾਰਟੇਸ਼ੀਅਨ ਵਿੱਚ 1 dv ਹੋਣਾ ਚਾਹੀਦਾ ਹੈ। ਸਫੈਰਿਕਲ ਪੋਲਰ ਵਿੱਚ dx dy dz ਕਾਰਟੇਸ਼ੀਅਨ ਇਹ ਹੈ dr r ਸਕੁਏਅਰਡ ਥੀਟਾ d ਥੀਟਾ ਫਾਈ ਠੀਕ ਹੈ। ਇਸ ਲਈ ਹੁਣ ਮੈਂ ਇਹ ਕਹਿਣ ਦੀ ਕੋਸ਼ਿਸ਼ ਵਿੱਚ ਹਾਂ ਕਿ ਜੇ ਤੁਸੀਂ ਆਪਣੇ ਸਾਈ ਨੂੰ r ਥੀਟਾ ਫਾਈ ਦੇ ਇੱਕ ਫੰਕਸ਼ਨ ਦੇ ਰੂਪ ਵਿੱਚ ਓਮੇਗਾ ਥੀਟਾ ਫਾਈ ਟਾਈਮਜ਼ r ਦੇ r ਦੇ ਰੂਪ ਵਿੱਚ ਲਿਖਦੇ ਹੋ ਤਾਂ ਥੀਟਾ ਫਾਈ ਮੋਡ ਸਕੁਏਅਰਡ ਦਾ ਇੰਟੀਗਰਲ ਸਾਈਨ ਥੀਟਾ d ਫਾਈ ਓਮੇਗਾ 1 ਹੋਣਾ ਚਾਹੀਦਾ ਹੈ। r ਸਕੁਏਅਰਡ ਮੋਡ ਬਾਰੇ ਕੀ? ਮੋਡ r ਸਕੁਏਅਰਡ ਨੂੰ ਇਸ ਪੀਸ ਨਾਲ ਗੁਣਾ ਕੀਤਾ ਜਾਵੇਗਾ। ਠੀਕ ਹੈ, ਇਸ ਲਈ ਤੁਹਾਡੇ ਕੋਲ r ਦਾ ਮੋਡ r ਪੂਰਾ ਸਕੁਏਅਰਡ dr r ਸਕੁਏਅਰਡ ਹੈ। ਇਹ ਪੂਰੀ ਤਰ੍ਹਾਂ ਜੈਕੋਬੀਅਨ ਤੋਂ ਆਉਂਦਾ ਹੈ। ਜਦੋਂ ਤੁਸੀਂ xyz ਤੋਂ r ਥੀਟਾ ਫਾਈ ਲੈਂਦੇ ਹੋ, ਕਈ ਵਿਦਿਆਰਥੀਆਂ ਅਨੁਸਾਰ ਇਹ ਫੈਕਟਰ ਨਿਕਲ ਆਉਂਦਾ ਹੈ। ਮੇਰੇ ਆਖਰੀ ਕੁਝ ਸਾਲ ਅਜਿਹੇ ਹਨ ਕਿ ਇਹ r ਸਕੁਏਅਰਡ ਬਾਰੇ ਭੁੱਲ ਗਏ ਜਦੋਂ ਤੁਸੀਂ ਨਾਰਮਲਾਈਜੇਸ਼ਨ ਕੀਤੀ, ਪਰ ਜਦੋਂ ਤੁਸੀਂ ਸਫੈਰਿਕਲ ਕੋਆਰਡੀਨੇਟਸ ਤੇ ਜਾਂਦੇ ਹੋ ਤਾਂ ਇੱਥੇ ਇੱਕ ਨੋਨ ਟ੍ਰਿਵਲ ਜੈਕੋਬੀਅਨ ਹੁੰਦਾ ਹੈ। ਤੁਹਾਨੂੰ ਯਾਦ ਰੱਖਣਾ ਪੈਂਦਾ ਹੈ ਕਿ ਇਸ ਲਈ ਇਹ r ਸਕੁਏਅਰਡ dr ਸਾਈਨ ਥੀਟਾ d ਫਾਈ ਮੋਡ ਓਮੇਗਾ ਥੀਟਾ ਫਾਈ ਪੂਰੇ ਸਕੁਏਅਰਡ ਮੋਡ r ਦਾ r ਪੂਰੇ ਸਕੁਏਅਰਡ ਦਾ ਇਹ 1 ਹੋਣਾ ਚਾਹੀਦਾ ਹੈ। ਜੋ ਨਾਰਮਲਾਈਜੇਸ਼ਨ ਹੈ, ਇਸ ਨੂੰ r ਪੀਸ ਅਤੇ ਥੀਟਾ ਫਾਈ ਪੀਸ ਵਿੱਚ ਵੰਡ ਸਕਦਾ ਹੈ। ਪਰ ਨਾਰਮਲਾਈਜੇਸ਼ਨ ਉਸੇ ਐਪਰੋਪ੍ਰੀਏਟ ਵਿੱਚ ਵੋਲਿਊਮ ਫੈਕਟਰ ਨਾਲ ਹੋਣੀ ਚਾਹੀਦੀ ਹੈ। ਸਿਲੰਡਰੀਕਲ ਕੋਆਰਡੀਨੇਟਸ ਵਿੱਚ ਕੀ ਹੋਇਆ? ਮੰਨ ਲਓ ਮੈਂ ਲਿਖਿਆ ਸਾਈ ਰੋ ਫਾਈ z ਇਹ ਹੋਵੇਗਾ dz ਰੋ d ਰੋ ਤੁਸੀਂ ਸਮਝਦੇ ਹੋ? ਤੁਹਾਨੂੰ ਇਹ ਯਾਦ ਰੱਖਣਾ ਪਏਗਾ ਕਿ ਇਹਨਾਂ ਵਿੱਚੋਂ ਬਹੁਤੇ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਹਨ ਅਤੇ ਫਿਰ ਇਹ ਪੂਰੀ ਤਰ੍ਹਾਂ ਤੁਹਾਡੀ ਗਲਤ ਫਿਜ਼ਿਕਸ ਵੱਲ ਲੈ ਜਾਂਦੇ ਹਨ। ਠੀਕ ਹੈ, ਤਾਂ ਮੈਨੂੰ ਇੱਥੇ ਰੁਕਣ ਦਿਓ ਕਿ ਇਹ ਇੱਕ ਐਸੋਸੀਏਟਿਡ ਲੀਜੈਂਡਰ ਫੰਕਸ਼ਨ ਹੈ ਅਤੇ ਮੈਂ ਇਹ ਤੁਹਾਡੇ ਲਈ ਰੱਖਾਂਗਾ ਅਤੇ ਤੁਸੀਂ ਕੁਝ ਚੀਜ਼ਾਂ ਦੀ ਪੁਸ਼ਟੀ ਕਰ ਸਕਦੇ ਹੋ ਤਾਂ ਕਿ ਅਗਲੇ ਲੈਕਚਰ ਵਿੱਚ ਮੈਂ ਥੋੜਾ ਕੰਟੀਨਿਊ ਕਿ ਸਟਰਨ-ਗਰਲਾਕ ਐਕਸਪੈਰੀਮੈਂਟ ਵਿੱਚ ਕਿਵੇਂ ਜਾਣਾ ਹੈ ਅਤੇ ਫਿਰ ਅਸੀਂ ਦੇਖਾਂਗੇ ਕਿ ਮੈਨੂੰ ਅਗਲੇ ਸ਼ੁੱਕਰਵਾਰ ਕੀ ਕਰਨਾ ਚਾਹੀਦਾ ਹੈ। ਠੀਕ ਹੈ। ਦਾ